Hello, dear learner. Welcome to Ours Viewer, and this is Manpreet. Today, I am discussing with you another latest QCard topic, and today's topic is about describe a thing you did to learn another language. You should say what language you learned, what you did, how it helped you to learn the language, and explain how you felt about it. सो कहते कि कोई चीज़ जो तुसी कीती होवे कोई अनदर लैंग्वेज सीखण वास्ते मतलब किहड़े किहड़े तुसी एफर्ट कीते हैं वो चीज़ तुसी दसनी है। वो लैंग्वेज किहड़ी सी की तुसी कीता एंड तुहानूं किवें लगदा है हाउ इट हैल्प टू यू लर्न एंड तुहाडी फीलिंग की सी आफ्टर लर्निंग। सो वकैब देख लीए फस्ट कि जो असी इहदे च ਐਡ ਔਨ ਕੀਤੀ ਹੈ। ਪੋਲੀਗਲੋਟ ਦਾ ਮਤਲਬ ਹੁੰਦਾ ਆ ਕਿ ਕੋਈ ਐਵੇਂ ਦਾ ਪਰਸਨ ਜਿਹਨੂੰ ਲੈਂਗੁਏਜ ਦੀ ਡਿਫਰੈਂਟ ਕਾਈਂਡ ਆਫ ਲੈਂਗੁਏਜ ਦੀ ਨੌਲੇਜ ਹੋਵੇ ਅਤੇ ਡਿਫਰੈਂਟ ਲੈਂਗੁਏਜਿਸ ਉਹ ਯੂਜ਼ ਕਰਦਾ ਹੋਵੇ। ਟੁੱਕ ਰਿਸੋਰਸ ਟੂ ਤੁਸੀਂ ਜਦੋਂ ਕਹਿੰਦੇ ਨਾ ਕਿ ਮੈਂ ਮਤਲਬ ਅਲੱਗ ਅਲੱਗ ਮਟੀਰੀਅਲਸ ਤੋਂ ਹੈਲਪ ਲਿੱਤੀ। ਟੁੱਕ ਹੈਲਪਸ ਟੂ ਨੂੰ ਟੁੱਕ ਰਿਸੋਰਸ ਟੂ ਤੁਸੀਂ ਲਿਖ ਸਕਦੇ ਹੋ। ਡਾਇਲੈਕਟਸ ਦਾ ਮਤਲਬ ਹੁੰਦਾ ਆ ਜੀ ਇੱਕ ਪਾਰਟੀਕੂਲਰ ਏਰੀਆ ਦੇ ਵਿੱਚ ਬੋਲੀ ਜਾਣ ਵਾਲੀ ਕੋਈ ਓਫੀਸ਼ੀਅਲ ਲੈਂਗੁਏਜ ਮਤਲਬ ਓਫੀਸ਼ੀਅਲ ਲੈਂਗੁਏਜ ਦੀ ਜਗ੍ਹਾ ਤੁਸੀਂ ਇਹ ਵਰਡ ਯੂਜ਼ ਕਰ ਸਕਦੇ ਹੋ। ਲਾਈਕ ਪੰਜਾਬ ਸਟੇਟ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਮਤਲਬ ਉੱਥੋਂ ਦੀ ਓਫੀਸ਼ੀਅਲ ਲੈਂਗੁਏਜ ਆਪਾਂ ਕਹਿ ਸਕਦੇ ਹੈਗੀ ਹੈ। ਗੁਜਰਾਤ ਦੇ ਵਿੱਚ ਗੁਜਰਾਤੀ ਬੋਲੀ ਜਾਂਦੀ ਹੈ, ਮਰਾਠੀ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ ਕਿ ਇਟਲੀ ਦੇ ਵਿੱਚ ਇਟਾਲੀਅਨ ਬੋਲੀ ਜਾਂਦੀ ਹੈ। ਸੋ ਇਸ ਤਰ੍ਹਾਂ ਕੀ ਓਫੀਸ਼ੀਅਲ ਲੈਂਗੁਏਜ ਤੁਸੀਂ ਇਹਨੂੰ ਕਹਿ ਸਕਦੇ ਆ। ਟੈਪ ਦੇਅਰ ਫੀਟ ਦਾ ਮਤਲਬ ਹੁੰਦਾ ਹੈ ਕਿ ਆਪਣੇ ਆਪ ਨੂੰ ਰੋਕ ਨਾ ਸਕਣਾ ਨੱਚਣ ਤੋਂ ਮਤਲਬ ਤੁਸੀਂ ਮੂਵ ਕਰਨ ਲੱਗ ਜਾਂਦੇ ਹੋ ਨਾ ਆਪਣੇ ਪੈਰ ਕਿ ਮੈਂ ਆਪਣੇ ਪੈਰ ਮਿਊਜ਼ਿਕ ਸੁਣ ਕੇ ਹੀ ਤੁਹਾਡੇ ਪੈਰ ਜਿਹੜੇ ਆ ਉਹ ਥਿਰਕਣ ਲੱਗ ਜਾਂਦੇ ਆ। ਸੋ ਦੈਟ ਇਜ਼ ਕਾਲਡ ਟੈਪ ਦੇਅਰ ਫੀਟ। ਅੱਗੇ ਹੈਗਾ ਜੀ ਕੰਪਰੀਹੈਂਡ। ਕੰਪਰੀਹੈਂਡ ਹੁੰਦਾ ਹੈ ਜੀ ਅੰਡਰਸਟੈਂਡੇਬਿਲਟੀ ਜਿਵੇਂ ਕਿਸੇ ਚੀਜ਼ ਨੂੰ ਕੁਛ ਅੰਡਰਸਟੈਂਡ ਕਰਨ ਲਈ ਤੁਸੀਂ ਇਹ ਵਰਡ ਯੂਜ਼ ਕਰ ਸਕਦੇ ਆ। ਮੈਸਮਰਾਈਜ਼ਿੰਗ ਹੁੰਦਾ ਹੈ ਕਿ ਬਹੁਤ ਜ਼ਿਆਦਾ ਅਮੇਜ਼ਿੰਗ ਬਹੁਤ ਜ਼ਿਆਦਾ ਮੰਤਰ ਮੁਗਧ ਕਰ ਦੇਣੇ ਵਾਲੀ ਜਿਹੜੀ ਸੀ ਉਹਦੀ ਲਿਰਿਕਸ ਸੀ। ਜਿਵੇਂ ਸੌਂਗ ਲਿਰਿਕਸ ਦੀ ਤੁਸੀਂ ਅਗਰ ਗੱਲ ਕਰਦੇ ਹੋ ਤਾਂ ਮੈਲਡੀ ਜਿਹੜੀ ਉਹ ਮੈਸਮਰਾਈਜ਼ਿੰਗ ਸੀ ਮਤਲਬ ਉਹਦੀ ਜਿਹੜੀ ਮੈਲਡੀ ਯਾਨੀ ਕਿ ਜਿਹੜੀ ਉਹਦੇ ਸੁਰ ਹੁੰਦੇ ਆ ਜਿਹੜੀ ਉਹਦੀ ਧੁਨ ਹੁੰਦੀ ਹੈ ਗਾਣੇ ਦੀ ਉਹ ਕੀ ਸੀ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਸੀ। ਇੰਬਾਈਬ ਹੁੰਦਾ ਆ ਟੂ ਲਰਨ। ਇੰਬਾਈਬ ਦਾ ਮਤਲਬ ਹੁੰਦਾ ਕੋਈ ਚੀਜ਼ ਸਿੱਖਣਾ ਲਰਨ ਕਰਨਾ। ਅਸੈਸ ਹੁੰਦਾ ਪਹੁੰਚ ਕਰਨਾ। ਇਨਕਰੈਡੀਬਲ। ਇਨਕਰੈਡੀਬਲ ਹੁੰਦਾ ਅਮੇਜ਼ਿੰਗ ਥਿੰਗ ਔਰ ਵੰਡਰਫੁਲ ਥਿੰਗ। ਇਨਹੈਂਸ ਦਾ ਮਤਲਬ ਹੁੰਦਾ ਇੰਪਰੂਵ ਕਰਨਾ। ਹਰਕੂਲਨ ਟਾਸਕ ਮਤਲਬ ਡਿਫੀਕਲਟ ਥਿੰਗ ਕੋਈ ਠੀਕ ਹੈ ਡਿਫੀਕਲਟ ਟਾਸਕ। ਫੋਨਿਕ ਸਾਊਂਡ। ਫੋਨਿਕ ਸਾਊਂਡ ਹੁੰਦਾ ਕਿਸੇ ਵੀ ਲੈਂਗੁਏਜ ਦੇ ਵਰਡਸ ਦੇ ਬੋਲਣ ਦਾ ਤਰੀਕਾ ਜਿਵੇਂ ਆਪਾਂ ਕਹਿ ਲਈਏ ਜਿਵੇਂ ਓ ਬੀ ਸੀ ਕੈਟ ਠੀਕ ਹੈ। ਇਹ ਸਾਰੀ ਕੀ ਹੈ ਜੋ ਪ੍ਰੋਨਾਂਸੀਏਸ਼ਨ ਹੋ ਰਹੀ ਹੈ ਜੋ ਆਪਾਂ ਪ੍ਰੋਨਾਊਂਸ ਕਰਦੇ ਹਾਂ ਜੋ ਆਵਾਜ਼ ਨਿਕਲਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਫੋਨਿਕ ਸਾਊਂਡ। ਕਰੂਸ਼ੀਅਲ ਦਾ ਮਤਲਬ ਹੁੰਦਾ ਇੰਪੋਰਟੈਂਟ। ਮਲਟੀ ਲਿੰਗੁਇਸਟਿਕ। ਮਲਟੀ ਲਿੰਗੁਇਸਟਿਕ ਮਤਲਬ ਇੱਕ ਪਰਸਨ ਜਿਹਨੂੰ ਡਿਫਰੈਂਟ ਕਾਈਂਡ ਆਫ ਲੈਂਗੁਏਜ ਦੀ ਨੌਲੇਜ ਹੋਵੇ ਮਤਲਬ ਉਹਨੂੰ ਆਪਾਂ ਕਹਿ ਦਿੰਦੇ ਹਾਂ ਹੀ ਇਜ਼ ਮਲਟੀ ਲਿੰਗੁਇਸਟਿਕ ਪਰਸਨ ਠੀਕ ਹੈ। ਐਂਥੋਸਿਜ਼ਮ ਹੁੰਦਾ ਆ ਉਤਸ਼ਾਹ ਹੋਣਾ ਜੋਸ਼ ਹੋਣਾ। ਇੰਬਾਈਬ। ਇੰਬਾਈਬ ਦਾ ਵਰਡ ਦਾ ਮੀਨਿੰਗ ਮੈਂ ਪਹਿਲਾਂ ਤੁਹਾਨੂੰ ਦੱਸ ਸਕੀ ਹਾਂ। ਸੋ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਮੈਨਸ਼ਨ ਕਰਨਾ ਹੈ ਕਿ ਇੰਬਾਈਬ ਦਾ ਮੀਨਿੰਗ ਮੈਂ ਤੁਹਾਨੂੰ ਕੀ ਦੱਸਿਆ ਸੀ। ਸੋ ਵੀਡੀਓ 'ਤੇ ਐਂਡ ਤੱਕ ਜ਼ਰੂਰ ਬਣੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਸੈਂਪਲ ਆਨਸਰ ਤੁਹਾਨੂੰ ਮਿਲਣ ਵਾਲਾ ਆ ਉਹ ਬਹੁਤ ਹੀ ਯੂਨੀਕ ਹੈ। ਐਂਡ ਸੈਕਿੰਡ ਥਿੰਗ ਤੁਹਾਡੇ ਸਾਰੇ ਇਹ ਵੋਕੈਬ ਜੋ ਹੈ ਉਹ ਕਿਸ ਤਰ੍ਹਾਂ ਯੂਜ਼ ਕੀਤੀ ਹੈ ਅਸੀਂ ਕਿਊ ਕਾਰਡ ਦੇ ਵਿੱਚ ਉਹ ਤੁਹਾਨੂੰ ਪਤਾ ਲੱਗ ਜਾਏਗਾ। ਵੀਡੀਓ ਨੂੰ ਐਂਡ ਤੱਕ ਦੇਖਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਿਊ ਕਾਰਡਸ ਦੇ ਨਾਲ ਨਾਲ ਤੁਹਾਨੂੰ ਫੋਲੋਅਪਸ ਵੀ ਮਿਲਣਗੇ ਇਸ ਵੀਡੀਓ ਦੇ ਵਿੱਚ। ਆਓ ਸਟਾਰਟ ਕਰਦੇ ਹਾਂ ਇਹਦਾ ਸਿੰਪਲ ਆਨਸਰ। Well, I am polyglot who knows Hindi, English, Punjabi and Haryanvi. However, I would like to share one instance when I took resort to online resources to learn another language called Italian, which is an official dialect of Italy। ਕਹਿੰਦੇ ਕਿ ਮੈਂ ਇੱਕ ਮਲਟੀ ਲਿੰਗੁਇਸਟਿਕ ਪਰਸਨ ਆ ਕਿ ਜਿਹਨੂੰ ਹਿੰਦੀ ਦਾ ਨੌਲੇਜ ਹੈ ਇੰਗਲਿਸ਼ ਦੀ ਪੰਜਾਬੀ ਐਂਡ ਹਰਿਆਣਵੀ ਦੀ ਬਟ ਇੱਥੇ ਮੈਂ ਤੁਹਾਡੇ ਨਾਲ ਇੱਕ ਐਵੇਂ ਦਾ ਇੰਸੀਡੈਂਸ ਸ਼ੇਅਰ ਕਰਨ ਲੱਗਿਆ ਜਾਂ ਕਰਨ ਲੱਗੀ ਹਾਂ ਜਦੋਂ ਮੈਂ ਹੈਲਪ ਲਿੱਤੀ ਔਨਲਾਈਨ ਰਿਸੋਰਸਿਸ ਦੀ ਮਤਲਬ ਔਨਲਾਈਨ ਮੀਡੀਅਮ ਦੇ ਥਰੂ ਮੈਂ ਕੀ ਕੀਤਾ ਲਰਨ ਕੀਤੀ ਅਨਦਰ ਲੈਂਗੁਏਜ ਜੋ ਕਿ ਸੀ ਇਟੈਲੀਅਨ ਸੀ ਜੋ ਓਫੀਸ਼ੀਅਲ ਲੈਂਗੁਏਜ ਹੈ ਇਟਲੀ ਦੀ।
Actually, a couple of years ago, I watched a web series named Money Heist on Netflix. 2 ਕੁ ਸਾਲ ਪਹਿਲਾਂ ਮੈਂ ਇੱਕ ਵੈਬ ਸੀਰੀਜ਼ ਦੇਖੀ ਸੀ ਮਨੀ ਹਿਸਟ ਨੈਟਫਲੈਕਸ 'ਤੇ although the whole web series is in English. One song, the forces anyone to tap their feet on floor, is in the Italian language. ਕਹਿੰਦੇ ਹਾਲਾਂਕਿ ਸਾਰੀ ਵੈਬ ਸੀਰੀਜ਼ ਜੋ ਹੈ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਸੀ, ਬਟ ਉਹਦਾ ਜਿਹੜਾ ਮੇਨ ਪੋਪੂਲਰ ਸੌਂਗ ਸੀਗਾ ਜਿਹਨੇ ਹਰੇਕ ਬੰਦੇ ਨੂੰ ਫੋਰਸ ਕੀਤਾ ਕਿ ਉਹ ਆਪਦੇ ਪੈਰ ਥਰਕਰਾਉਣ 'ਤੇ ਫਲੋਰ 'ਤੇ, ਤਾਂ ਉਹ ਕਿਸੇ ਇਟੈਲੀਅਨ ਲੈਂਗੁਏਜ 'ਚ ਸੀ। ਇਨੀਸ਼ੀਅਲੀ ਆਈ ਵਾਜ਼ ਨੋਟ ਏਬਲ ਟੂ ਕੰਪਰੀਹੈਂਡ ਦਾ ਲਿਰਿਕਸ ਆਫ ਇਟ। ਕਹਿੰਦਾ ਸਟਾਰਟਿੰਗ 'ਤੇ ਮੈਨੂੰ ਬਹੁਤ ਪ੍ਰੋਬਲਮ ਆਈ ਅੰਡਰਸਟੈਂਡ ਕਰਨ 'ਚ ਲਿਰਿਕਸ ਦੇ, ਬਟ to be honest, but सच पूछो तो I love the music composition of that song which was melody and mesmerizing। कहते अगर सच पूछो तो मैनू वो म्यूजिक वो धुन इन्नी ज़्यादा अमेजिंग लगी। सो आई गूगल्ड द लिरिक्स एंड लर्न अ फ्यू वर्ड्स और मीनिंग ऑफ दिस सॉन्ग। सो मैं की किया गूगल किए उस सॉन्ग के लिरिक्स नू नवे वर्ड सीखे तो उस सॉन्ग का मीनिंग सीखा। फॉर एग्जाम्पल, चाओ मीनस बाय, बेला मीनस ब्यूटीफुल एंड मैटिना मीनस मॉर्निंग एंड सो ऑन। सॉन्ग का नेम सीगा जी बेला चाओ। सो बेला चाओ के लिरिक्स मैं फाइंड आउट किए, उतों कुछ वर्ड सीखे तो मीनिंग सीखा उस सॉन्ग का। जिमें कि एग्जाम्पल, चाओ का मीनिंग बाय है, बेला का मतलब ब्यूटीफुल एंड मैटिना मतलब मॉर्निंग एंड सो ऑन। After knowing the meaning, I have the curiosity to imbibe more about this knowledge लैंग्वेज। कहते इस मीनिंग पता करन तो बाद मेरे अंदर होर ज़्यादा क्रियोसिटी होगी सीखण दी इस लैंग्वेज नू। देयरफॉर आई शॉर्ट लिस्टेड सम यूट्यूब चैनल्स टू लर्न बेसिक बिगनर लैवल वर्ड्स ऑफ इटालियन लैंग्वेज। इस करके मैं कुछ यूट्यूब चैनल्स नू शॉर्ट लिस्ट किया, उन्होंने लिस्ट बनाई तो उत्थों बेसिक ते बिगनर लैवल के वर्ड्स जो इटालियन लैंग्वेज सी वो सीखने स्टार्ट किए। Apart from that, I made written notes of some basic words for regular revision and immediate access। इस तो अलावा मैं written note मतलब नोट्स तैयार किए कुछ बेसिक वर्ड्स दे, ताकि मैं उन्होंने रेगूलर प्रैक्टिस करती रहा या करता रहा तो वो मेरी पहुँच च रहन। इन एडिशन टू इट, आई वाज डाउनलोडिंग एन इटालियन डिक्शनरी ऑन माई मोबाइल। इस तो अलावा मैं एक डिक्शनरी इटालियन अपने मोबाइल पर डाउनलोड की। दिस एप्लीकेशन हैज़ इनक्रेडिबल फीचर दैट डिस्प्ले अ न्यू वर्ड ऑन माई मोबाइल स्क्रीन वैन एवर आई अनलॉक इट। कहते ये एक अमेजिंग फीचर सीगा कि वो एक नवा वर्ड मेरे मोबाइल ते स्क्रीन ते शो होंदा सी जदों भी मैं अपने फोन नू अनलॉक करती सी या करदा सी। सो दिस डिक्शनरी असिस्ट मी टू एनहांस माई Italian speech even in my hectic schedule by sending words automatically or also providing an option of live chatting with natives। सॉरी लाइव नहीं है, लाइव चैटिंग विद नेटिव्स आऊगा। कहते कि डिक्शनरी ने मैनू हैल्प किया मेरी इटैलीअन स्पीच नू वधाउण वास्ते। तो क्योंकि मैं बिजी रहती सी, मेरे को इन्ना टाइम नहीं होंदा सी, बट वो डिक्शनरी ने मैनू इन्ना क हैल्प किया कि एक नवा वर्ड जो है मेरे मोबाइल स्क्रीन पर ऑटोमैटिकली आ रहा सी ते एक ऑप्शन भी मिलती सी लाइव चैटिंग की उत्थों के इटैलीअन लोगों के नाल मतलब गलबात करना, जिहदे नाल मेरी वोकैबलरी है जो वो वध गई। इनफैक्ट आफ्टर 1 मंथ माई वोकैबलरी नॉलेज ऑफ इटैलीअन लैंग्वेज इंप्रूवड कंसिडरेबली। कहते 1 महीने के बाद मेरी जो रेंज सी वोकैब की वो की है इंप्रूव हो गई कॉन्टीन्यूसली। फाइनली आई रियलाइज्ड दैट लर्निंग अ न्यू लैंग्वेज इज़ नॉट अ हरकुलन टास्क। कहते मैनू बाद चो रियलाइज़ होया कि कोई भी नवी लैंग्वेज सीखना कोई मुश्किल काम नहीं है। विद इंटरस्ट एंड कॉन्टीन्यूस प्रैक्टिस एनीवन कैन लर्न अ न्यू लैंग्वेज। अगर बंदे का इंटरस्ट होवे तो कॉन्टीन्यूस प्रैक्टिस करे तो कोई भी एक नवी लैंग्वेज तुसी सीख सकते हो। ऑल इन ऑल आई फेल्ट ओवर द मून आफ्टर लर्निंग द बेसिक इटालियन लैंग्वेज एंड फाउंड इट क्वाइट फ्रूटफुल। कहते मैनू बाद चों बहुत खुशी हुई, ओवर द मून मतलब बहुत ज़्यादा एक्साइटिड होना, बहुत ज़्यादा हैप्पी होना कि बेसिक लर्निंग तो बाद मैं बहुत ज़्यादा खुश सी तो मैनू लग्या कि ये बहुत फ्रूटफुल है। फ्रूटफुल किस सेंस तुसीं कह सकते हो कि इस तो बाद तुहानूं इटैलीअन सॉन्ग एंड वैब सीरीज़ समझ आउण लग गया सी। सो ये सीगा जी सिंपल आंसर। हुण आपां डिस्कस करते हैं ये फॉलोअप्स। एंड फर्स्ट क्वेश्चन है जी, वट डिफिकल्टीज़ डू पीपल फेस वैन लर्निंग अ लैंग्वेज। किदां दी डिफिकल्टीज़ लोग फेस करते हैं जो वो लैंग्वेज नूं सीखते हैं।
Simple answer है जी, there are various things that create difficulty when someone is trying to learn a new language. The first and foremost challenging task is understanding the grammatical pattern that varies from language to language. The second thing is the phonic sound of each word is different in all languages. There are various things that create difficulty when someone is trying to learn a new language. The first and foremost challenging task is understanding the grammatical pattern that varies from language to language, and the second thing is the phonic sound of each word is different in all languages. Therefore learning a new language is not easy as by for everyone. ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਡਿਫਿਕਲਟੀ ਕ੍ਰੀਏਟ ਕਰਦੇ ਨੇ ਜਦੋਂ ਵੀ ਆਪਾਂ ਕੋਈ ਨਵੀਂ ਲੈਂਗੁਏਜ ਸਿੱਖਦੇ ਹਾਂ। ਸਭ ਤੋਂ ਪਹਿਲਾ ਚੈਲੰਜਿੰਗ ਟਾਸਕ ਹੈ ਗ੍ਰਾਮੈਟੀਕਲ ਪੈਟਰਨ, ਮਤਲਬ ਹਰੇਕ ਲੈਂਗੁਏਜ ਦਾ ਗ੍ਰਾਮਰ ਜੋ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਸੈਕਿੰਡ ਥਿੰਗ ਜੋ ਡਿਫਿਕਲਟੀ ਕ੍ਰੀਏਟ ਕਰਦੀ ਹੈ ਦੈਟ ਇਜ਼ ਫੋਨਿਕ ਸਾਊਂਡ, ਮਤਲਬ ਬੋਲਣ ਦਾ, ਵਰਡ ਨੂੰ ਪ੍ਰਨਾਊਂਸ ਕਰਨ ਦਾ ਤਰੀਕਾ ਜੋ ਹੁੰਦਾ ਆ ਉਹ ਹਰੇਕ ਲੈਂਗੁਏਜ ਦੇ ਵਿੱਚ ਡਿਫਰੈਂਟ ਹੁੰਦਾ ਆ। ਸੋ ਇਸ ਕਰਕੇ ਇੱਕ नॉट ईजी एज पाई, मतलब इन्ना ईजी नहीं है कि हरेक बंदा इनू सीख सके। सो टेक्नीक्स फॉलो करके ही इनू सीखा जा सकता है। नैक्सट क्वेश्चन है जी, डू यू थिंक लैंगुएज लर्निंग इज़ इंपोर्टेंट एंड वाई। कहते तुहानू की लगता लैंगुएज लर्निंग जरूरी है तो क्यों। Yes, of course, I think it is quite crucial to be multilinguistic because in this way individuals develop their skills such as communication and cultural awareness. Along with this, if someone learns a foreign language, it also opens the door to career opportunity. In short, those people who have a great knowledge of the different languages, they are more confident than other। ਕਹਿੰਦੇ ਹਾਂਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਇੱਕ ਮਲਟੀ ਲਿੰਗੁਇਸਟਿਕ ਬਣਨਾ, ਕਿਉਂਕਿ ਇਹਦੇ ਨਾਲ ਕੀ ਹੋਊਗਾ, ਕੋਈ ਜਿਹੜਾ ਇੰਡੀਵਿਜੂਅਲ ਆ ਉਹਦੀ ਸਕਿੱਲਸ ਇੰਪਰੂਵ ਹੁੰਦੀਆਂ ਜਿਵੇਂ ਕਿ ਕਮਿਊਨੀਕੇਸ਼ਨ ਦੀ, ਅਤੇ ਉਹਨਾਂ ਨੂੰ ਕਲਚਰਲ ਅਵੇਅਰਨੈਸ ਆਉਂਦੀ ਹੈ। ਇਹਦੇ ਨਾਲ ਕੀ ਹੁੰਦਾ, ਫੋਰਨ ਲੈਂਗੁਏਜ ਸਿੱਖਣ ਦਾ ਇੱਕ ਫਾਇਦਾ ਹੁੰਦਾ ਹੈ ਕਿ ਉਹ ਜਿਹੜੇ ਕਰੀਅਰ ਦੇ ਮਤਲਬ ਓਪਰਚੁਨਿਟੀਜ਼ ਹੁੰਦੀਆਂ ਨੇ, ਜਿਹੜੇ ਜੋਬ ਮਿਲ ਸਕਦੀ ਹੈ ਉਹਨਾਂ ਨੂੰ ਈਜ਼ਲੀ, ਉਹਨਾਂ ਦਾ ਫਿਊਚਰ ਬਰਾਈਟ ਹੋ ਸਕਦਾ ਹੈ। ਛੋਟ 'ਚ ਅਗਰ ਗੱਲ ਕਰੀਏ ਤਾਂ ਇੱਕ ਪਰਸਨ ਜਿਹਦੇ ਕੋਲ ਬਹੁਤ ਜ਼ਿਆਦਾ ਨੌਲੇਜ ਹੈ ਅਲੱਗ-ਅਲੱਗ ਲੈਂਗੁਏਜ ਦੀ, ਉਹ ਜ਼ਿਆਦਾ ਕੌਨਫੀਡੈਂਟ ਹੁੰਦਾ ਹੈ ਦੂਜਿਆਂ ਨਾਲੋਂ। ਨੈਕਸਟ ਕੁਐਸਚਨ ਹੈ ਜੀ, ਵਿਚ ਇਜ਼ ਬੈਟਰ ਟੂ ਸਟੱਡੀ ਅਲੋਨ ਔਰ ਸਟੱਡੀ ਇਨ ਗਰੁੱਪ ਐਂਡ ਵਾਈ। ਕਹਿੰਦੇ ਇਕੱਲਿਆਂ ਬਹਿ ਕੇ ਪੜ੍ਹਨਾ ਜਾਂ ਗਰੁੱਪ ਦੇ ਵਿੱਚ ਪੜ੍ਹਨਾ ਕਿਹੜਾ ਜ਼ਿਆਦਾ ਵਧੀਆ ਹੈ ਐਂਡ ਕਿਉਂ। Well, according to my perspective, group study is more beneficial for learner because it enhances the competitive skill among students. Many students get inspired and motivated by watching a performance and trying to compete them. Secondly, they work or study with full enthusiasm and never get bored. They interact with each other while studying, which helps them to reduce the extra burden of study। ਕਹਿੰਦੇ ਮੇਰੀ ਅਗਰ ਸਲਾਹ ਲਈ ਜਾਏ, ਮੇਰੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤਾਂ ਗਰੁੱਪ ਸਟੱਡੀ ਜ਼ਿਆਦਾ ਬੈਨੀਫੀਸ਼ੀਅਲ ਹੈ, ਕਿਉਂਕਿ ਇਹਦੇ ਨਾਲ ਕੀ ਹੁੰਦਾ ਕੰਪੀਟੀਟਿਵ ਸਕਿੱਲ ਇੰਪਰੂਵ ਹੁੰਦੀ ਹੈ ਬੱਚਿਆਂ ਦੀ, ਜਿਹਦੇ ਨਾਲ ਕੀ ਹੁੰਦਾ ਬਹੁਤ ਸਾਰੇ ਸਟੂਡੈਂਟ ਇੰਸਪਾਇਰ ਹੁੰਦੇ ਨੇ ਅਤੇ ਮੋਟੀਵੇਟ ਹੁੰਦੇ ਨੇ ਜਦੋਂ ਉਹ ਕਿਸੇ ਦੂਜੇ ਦੀ ਪਰਫੋਰਮੈਂਸ ਨੂੰ ਦੇਖਦੇ ਨੇ ਅਤੇ ਉਹਨੂੰ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਤੋਂ ਇਲਾਵਾ ਕਹਿੰਦੇ ਕਿ ਗਰੁੱਪ ਸਟੱਡੀ ਦਾ ਇੱਕ ਫਾਇਦਾ ਹੁੰਦਾ ਕਿ ਜਿਹੜੇ ਪਰਸਨ ਨੇ, ਜਿਹੜੇ ਸਟੂਡੈਂਟਸ ਨੇ, ਉਹ ਪੂਰੀ ਐਨਰਜੀ ਦੇ ਨਾਲ ਕੰਮ ਕਰਦੇ ਨੇ ਅਤੇ ਕਦੇ ਵੀ ਬੋਰ ਨਹੀਂ ਹੁੰਦੇ। ਬੋਰ ਕਿਉਂ ਨਹੀਂ ਹੁੰਦੇ, ਕਿਉਂਕਿ ਉਹ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਰਹਿੰਦੇ ਨੇ ਜਦੋਂ ਉਹ ਸਟੱਡੀ ਕਰਦੇ ਨੇ, ਜੋ ਕਿ ਹੈਲਪ ਕਰਦੀ ਹੈ ਐਕਸਟਰਾ ਬਰਡਨ ਆਫ ਸਟੱਡੀ ਦੇ ਰਿਡਿਊਸ ਕਰਨ ਵਾਸਤੇ। ਨੈਕਸਟ ਕੁਐਸਚਨ ਹੈ ਜੀ, ਵਾਟਸ ਦਾ ਬੈਸਟ ਵੇ ਟੂ ਲਰਨ ਅ ਲੈਂਗੁਏਜ। ਕਹਿੰਦਾ ਕਿਹੜਾ ਬੈਸਟ ਵੇ ਹੈ ਕੋਈ ਲੈਂਗੁਏਜ ਨੂੰ ਸਿੱਖਣ ਵਾਸਤੇ, ਐਂਡ ਆਨਸਰ ਹੈ ਜੀ, ਵੈਲ ਦੇਰ ਆਰ ਪਲੀਥੋਰਾ ਆਫ ਟੈਕਨੀਕਸ ਟੂ ਲਰਨਿੰਗ ਅ ਨਿਊ ਲੈਂਗੁਏਜ। To be honest, not only a single way is best, one must do a combination of things to get fluent in any language. For instance, someone prefer to make written notes to remember new words, while others think that repeating the word is good for memorization. Moreover, watching movies and listening to the music in different language also help to learn a new language. Therefore, with a combination of techniques and practicing, anyone is able to imbibe other languages। ਕਹਿੰਦੇ ਕੋਈ ਇੱਕ ਪਾਰਟੀਕੂਲਰ ਅਗਰ ਗੱਲ ਕਰੀਏ ਤਾਂ ਇੱਕ ਮੈਥਡ ਨਹੀਂ ਹੈ ਕੋਈ ਵੀ ਪਾਰਟੀਕੂਲਰ ਜਿਹਨੂੰ ਆਪਾਂ ਕਹਿ ਸਕੀਏ ਕਿ ਬੈਸਟ ਹੈ। ਬਹੁਤ ਸਾਰੇ ਮੈਥਡ ਨੇ, ਕਈ ਮਤਲਬ ਅਗਰ ਤੁਸੀਂ ਕੰਬੀਨੇਸ਼ਨ ਯੂਜ਼ ਕਰਦੇ ਹੋ ਥਿੰਗਸ ਦਾ ਤਾਂ ਤੁਸੀਂ ਫਲੂਐਂਟ ਹੋ ਸਕਦੇ ਹੋ ਕਿਸੇ ਵੀ ਲੈਂਗੁਏਜ। ਐਗਜ਼ਾਮਪਲ ਦੇ ਤੌਰ 'ਤੇ ਦੇਖੀਏ ਤਾਂ ਕਈ ਲੋਕ ਕੀ ਕਰਦੇ ਆ, ਨੋਟਸ ਬਣਾ ਕੇ ਵਰਡ ਨੂੰ ਯਾਦ ਕਰਦੇ ਨੇ, ਲਿਖ ਕੇ ਵਰਡ ਨੂੰ ਯਾਦ ਕਰਨਾ
ਪ੍ਰੈਫਰ ਕਰਦੇ ਨੇ, ਜਦ ਕਿ ਕੁਛ ਲੋਕ ਕੀ ਕਰਦੇ ਆ ਉਸ ਵਰਡ ਨੂੰ ਆਪਣੇ ਡੇਲੀ ਲਾਈਫ ਦੇ ਵਿੱਚ ਬੋਲ ਬੋਲ ਕੇ ਉਹਨੂੰ ਯਾਦ ਕਰਦੇ ਨੇ। ਸੋ ਅਨਦਰ ਥਿੰਗ ਤੁਸੀਂ ਕੀ ਕਰ ਸਕਦੇ ਹੋ, ਮੂਵੀ ਦੇਖ ਸਕਦੇ ਹੋ, ਮਿਊਜ਼ਿਕ ਸੁਣ ਸਕਦੇ ਹੋ ਉਸ ਲੈਂਗੁਏਜ ਦਾ, ਜਿਹਦੇ ਨਾਲ ਤੁਹਾਨੂੰ ਸਿੱਖਣ ਨੂੰ ਮਿਲੂਗੀ ਕੋਈ ਵੀ ਨਵੀਂ ਲੈਂਗੁਏਜ। ਸੋ ਕੰਬੀਨੇਸ਼ਨ ਆਫ ਟੈਕਨੀਕਸ ਐਂਡ ਪ੍ਰੈਕਟਿਸ ਜਿਹੜੀ ਹੈ ਉਹ ਇੱਕ ਪਰਸਨ ਨੂੰ ਪਰਫੈਕਟ ਬਣਾ ਦਿੰਦੀ ਹੈ ਕੋਈ ਵੀ ਅਦਰ ਲੈਂਗੁਏਜ ਨੂੰ ਸਿੱਖਣ ਵਾਸਤੇ। ਸੋ ਇਹ ਸੀ ਜੀ ਅੱਜ ਦਾ ਕਿਊ ਕਾਰਡ। ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਤੁਹਾਨੂੰ ਸੈਂਪਲ ਆਂਸਰ ਠੀਕ ਲੱਗਿਆ ਹੋਊਗਾ। ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਕਮੈਂਟ ਰਾਹੀਂ, ਐਂਡ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬੈਲ ਆਈਕਨ ਪ੍ਰੈਸ ਕਰ ਦਿਓ ਫੋਰ ਮੋਰ ਅਪਡੇਟਸ। ਕਮੈਂਟ ਕਰਕੇ ਤੁਸੀਂ ਦੱਸਣਾ ਆ ਇੰਬਾਈਬ ਦਾ ਮੀਨਿੰਗ ਕੀ ਹੁੰਦਾ ਆ, ਕਿਉਂਕਿ ਇੰਬਾਈਬ ਵਰਡ ਮੈਂ 2 ਵਾਰ ਤੁਹਾਨੂੰ ਵੋਕੈਬ ਦੇ ਵਿੱਚ ਦੱਸਿਆ, ਇੱਕ ਵਾਰ ਮੈਂ ਮੀਨਿੰਗ ਦੱਸਿਆ ਅਤੇ ਦੂਜੀ ਵਾਰ ਮੈਂ ਨਹੀਂ ਦੱਸਿਆ। ਸੋ ਇੰਬਾਈਬ ਦਾ ਮੀਨਿੰਗ ਕੀ ਹੈ ਐਗਜ਼ੈਕਟ, ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰਨਾ ਆ। ਥੈਂਕ ਯੂ ਵੈਰੀ ਮੱਚ ਐਂਡ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।